वालेकुम। वालेकुम। ਕੀ ਹਾਲ ਹੈ ਬਜ਼ੁਰਗੋ? ठीक जी, शुक्र अल्लाह दा। ਅੱਛਾ ਬਜ਼ੁਰਗੋ, ਤੁਸੀਂ ਇਹ ਗਾਜਰ ਦੀ ਫਾਰਮਿੰਗ ਕੀਤੀ ਹੋਈ ਹੈ, ਇਹ ਦੱਸਿਓ ਕਿੰਨੇ ਸਾਲਾਂ ਤੋਂ ਤੁਸੀਂ ਇਹ ਫਾਰਮਿੰਗ ਕਰਦੇ ਹੋ ਪਏ? 12-13 ਸਾਲ ਤੋਂ ਜੀ। 12-13 ਸਾਲ ਤੋਂ। ਤੇ ਇਹ ਦੱਸਿਓ ਕਿ ਇਹ ਕਿਹੜਾ ਇਲਾਕਾ ਵਾਲਾ? ਇਹ ਬਾੜਾ ਬਲੋਲੀਆਂ ਜੀ, ਮਾਨਾ ਵਾਲਾ ਦੇ ਕਰੀਬ ਮਾਨਾ ਵਾਲਾ। ਇੱਥੇ ਗਾਜਰ ਦੀ ਫਸਲ ਠੀਕ ਹੋ ਜਾਂਦੀ ਹੈ? ਜੀ, ਬਹੁਤ ਅੱਛੀ। ਇਹ ਦੱਸਿਓ ਕਿਹੜੇ ਮੌਸਮ 'ਚ ਗਾਜਰ ਦੀ ਕਾਸ਼ਤ ਕਰਦੇ ਹੋ? ਇਹ ਤਕਰੀਬਨ ਸਤੰਬਰ ਚ। ਸਤੰਬਰ 'ਚ। ਉਸ ਤੋਂ ਪਹਿਲਾਂ ਕਿਹੜੀ ਫਸਲ ਵੱਢ ਕੇ ਤੇ ਬਾਅਦ 'ਚ ਇਹ ਸ਼ੁਰੂ ਕਰਦੇ ਹੋ? ਇਹ ਗੰਦਮ ਤੋਂ ਬਾਅਦ ਜੀ। ਗੰਦਮ ਤੋਂ ਬਾਅਦ ਇਹ ਲੱਗ ਜਾਂਦੇ ਆ। ਠੀਕ ਹੋ ਗਿਆ। ਇਹ ਦੱਸਿਓ ਕਿ ਜ਼ਮੀਨ ਦੀ ਜਿਹੜੀ ਤਿਆਰੀ ਕਰਨੀ ਹੈ ਉਹਦੇ 'ਚ ਲੈਵਲ ਕਰਾਉਣਾ ਜ਼ਰੂਰੀ ਹੈ ਜਾਂ ਬਗੈਰ ਲੈਵਲ ਤੋਂ ਵੀ ਗੁਜ਼ਾਰਾ ਹੋ ਸਕਦਾ ਹੈ? ਇਹ ਲੈਵਲ ਜ਼ਰੂਰੀ ਹੈ ਜੀ। ਲੈਵਲ ਇਹਨੂੰ ਪਾਣੀ ਬਰਾਬਰ ਦਾ ਲੱਗਣਾ ਚਾਹੀਦਾ ਹੈ, ਫਿਰ ਇਹਦਾ ਜਮਾ ਪੂਰਾ ਹੁੰਦਾ ਹੈਗਾ। ਸਹੀ। ਠੀਕ ਹੈ ਜੀ। ਇਹ ਦੱਸਿਓ ਕਿ ਜ਼ਮੀਨ ਦੀ ਤਿਆਰੀ ਜਦੋਂ ਕਰਨੀ ਹੈ ਉਹਦੇ 'ਚ ਕਿੰਨੀ ਵਾਰੀ ਹੱਲ ਲਾਉਣ ਤੋਂ ਬਾਅਦ ਇਹ ਖੇਲਾਂ ਪਾਉਂਦੇ ਹੋ? ਤਕਰੀਬਨ 8 ਤੋਂ 10 ਦਫਾ। 8 ਤੋਂ 10 ਦਫਾ ਹੱਲ ਲਾਉਣ ਤੋਂ ਬਾਅਦ ਖੇਲਾਂ ਪੈਣੀਆਂ ਨੇ। ਜੀ ਜੀ। ਇਹ ਖੇਲਾਂ ਪੈਣ ਤੱਕ ਖਰਚਾ ਕਿੰਨਾ ਕੁ ਹੋ ਜਾਣਾ ਤੁਹਾਡਾ, ਸਿਰਫ ਹੱਲ ਵਾ ਕੇ ਖੇਲਾਂ ਪਾਉਣ ਦਾ? ਤਕਰੀਬਨ 10 ਤੋਂ 12,000 ਰੁਪਇਆ ਫੀ ਏਕੜ ਵਾਈ ਦਾ ਖਰਚਾ ਹੈ। ਵਾਈ ਦਾ ਖਰਚਾ ਆ ਜਾਣਾ। ਉਸ ਤੋਂ ਬਾਅਦ ਦੱਸਿਓ ਇਹ ਜਿਹੜਾ ਬੀ ਲਾਣਾ ਹੈ ਇਹ ਚੁੰਡੀਆਂ ਨਾਲ ਲੱਗਣਾ ਜਾਂ ਕੀ ਹਿਸਾਬ ਹੋਣਾ? ਇਹਦਾ ਛੱਟਾ ਹੀ ਦੇਣਾ ਹੈ ਜੀ। ਛੱਟਾ ਦੇ ਕੇ ਤੇ ਖੇਲਾਂ ਕੱਢ ਦੇਣੀ। ਪਹਿਲਾਂ ਛੱਟਾ ਦੇਣਾ ਹੈ, ਫਿਰ ਖੇਲਾਂ ਕੱਢਣੀਆਂ ਨੇ, ਫਿਰ ਪਾਣੀ ਲਾਉਣਾ। ਫਿਰ ਪਾਣੀ ਲਾਉਣਾ। ਤੇ ਉਹ ਜਿਹੜਾ ਥੱਲੇ ਦਰਮਿਆਨ 'ਚ ਖੇਲਾਂ 'ਚ ਉਗਦਾ ਹੋਏਗਾ ਉਹਦਾ ਕੀ ਬਣਦਾ ਨਹੀਂ, ਹੋਏਗਾ? ਕੋਈ ਨਹੀਂ, ਤਕਰੀਬਨ ਇਹ ਜ਼ਿਆਦਾਤਰ ਖੇਲਾਂ ਦੇ ਉੱਤੇ ਹੀ ਉਗਦਾ। ਕੋਈ ਕਿਤੇ ਕੋਈ ਬੀਜ ਥੱਲੇ ਡਿੱਗ ਪਏ, ਜੋ ਭਾਵੇਂ ਉਗ ਪਏ, ਵੈਸੇ ਖੇਲਾਂ ਤੇ ਹੀ ਉਗਦਾ ਹੈ। ਦੱਸਿਓ ਕਿੱਲੇ 'ਚ ਕਿੰਨਾ ਬੀ ਲੱਗ ਜਾਂਦਾ? ਇਹ ਅਸੀਂ ਦੀ 8 ਕਿਲੋ ਪਾਉਂਦੇ ਆ ਜੀ। ਸਹੀ। ਤੇ ਇਹ ਦੇਸੀ ਪਾਉਂਦੇ ਜਾਂ ਹਾਈਬ੍ਰਿਡ ਪਾਉਂਦੇ? ਹੁਣ ਤੇ ਸਾਰਾ ਹਾਈਬ੍ਰਿਡ ਹੀ ਹੈ, ਦੇਸੀ ਵਾਲਾ ਤੇ ਕੋਈ ਚੱਕਰ ਨਹੀਂ ਰਹਿ ਗਿਆ। ਇਹ ਵੀ ਦੇਸੀ ਹੋ ਗਿਆ, ਹਾਈਬ੍ਰਿਡ ਵੀ। ਹੁਣ ਜਦੋਂ ਲਗਾਤਾਰ ਹੀ ਇਹ ਚੱਲ ਰਿਹਾ। 8 ਕਿਲੋ ਹਾਈਬ੍ਰਿਡ ਬੀ ਜਿਹੜਾ ਇਹ ਕਿੰਨੇ ਕੁ ਦਾ ਆ ਜਾਣਾ? ਇਹ ਜੀ ਤਕਰੀਬਨ ਕੋਈ ਜਿਹੜਾ ਆਪ ਅਸੀਂ ਤਿਆਰ ਕਰਨੇ ਆ ਬੀਜ, ਅੱਛਾ, ਉਹ ਤਕਰੀਬਨ 900 ਰੁਪਏ ਕਿਲੋ ਤੱਕ ਵਿਕ ਜਾਂਦਾ। ਜਿਹੜਾ ਅਸੀਂ ਪੈਕਟਾਂ ਵਾਲਾ ਲੈਨੇ ਉਹ 1600 ਰੁਪਏ ਕਿਲੋ ਹੁੰਦਾ। ਅੱਛਾ, ਆਪ ਵੀ ਤਿਆਰ ਕਰ ਲਈਦਾ ਹਾਈਬ੍ਰਿਡ? ਤਿਆਰ ਕਰ। ਤੇ ਇਹ ਯਾਨੀ ਗਾਜਰ ਜਦੋਂ ਪੱਕਦੀ ਉਸ ਤੋਂ ਬਾਅਦ ਬੀਜ ਲੱਗਦਾ ਤੇ ਉਹਨੂੰ ਖੁਦ ਇਸਤੇਮਾਲ ਕਰ ਲੈਂਦੇ ਫਿਰ ਅਗਲੇ ਸਾਲ ਵਾਸਤੇ? ਹਾਂਜੀ, ਇਹ ਖੁਦ ਤਿਆਰ ਕੀਤਾ ਬੀਜ ਹੈ ਜਿਹੜਾ ਬੀਜਿਆ। 900 ਦਾ 1 ਕਿਲੋ ਤੇ 8 ਕਿਲੋ ਕਿੰਨੇ ਦਾ ਹੋ ਗਿਆ? ਤਕਰੀਬਨ 7200 ਦਾ। 7200 ਦਾ ਬੀਜ ਲੱਗ ਗਿਆ। ਅੱਛਾ, ਬੀਜ ਦਾ ਖਰਚਾ ਤੇ ਤੁਸੀਂ ਦੱਸਿਆ ਤਕਰੀਬਨ 7200 ਰੁਪਇਆ ਹੋ ਜਾਣਾ। ਉਸ ਤੋਂ ਬਾਅਦ ਬੀਜ ਲਾਉਂਦੇ ਪਾਣੀ ਲਾ ਦਿੰਦੇ ਹੋ ਜਾਂ ਕੋਈ ਵੱਖਰਾ? ਜੀ ਨਹੀਂ, ਉਸੇ ਟਾਈਮ ਹੀ। ਉਸੇ ਟਾਈਮ। ਤੇ ਉਸ ਤੋਂ ਬਾਅਦ ਪਾਣੀ ਦੀ ਕੀ ਰੂਟੀਨ ਰਹਿੰਦੀ ਹੈ? ਕਿੰਨੇ ਦਿਨਾਂ ਬਾਅਦ ਪਾਣੀ ਲੱਗਦਾ ਰਹਿੰਦਾ? ਤਕਰੀਬਨ ਇਹਨੂੰ 6 ਦਿਨ ਬਾਅਦ ਫਿਰ ਪਾਣੀ ਦੇਣਾ ਦੁਬਾਰਾ। ਹਰ 6 ਦਿਨ ਬਾਅਦ ਪਾਣੀ ਦਿੰਦਿਆਂ ਰਹਿਣਾ। ਤੇ ਇਹ ਕਿੰਨੇ ਮਹੀਨਿਆਂ ਦੀ ਟੋਟਲ ਫਸਲ ਹੈ? ਇਹ ਤਕਰੀਬਨ 4 ਮਹੀਨੇ ਲੱਗ ਜਾਂਦੇ ਨੇ ਜੀ। ਇਹਨੂੰ ਕੋਈ ਗੋਡੀ ਛੋਡੀ ਵੀ ਕਰਨੀ ਪੈਂਦੀ ਹੈ? ਗੋਡੀ ਸਪਰੇਅ ਨੂੰ। ਗੋਡੀ ਕਿੰਨੇ ਅਰਸੇ ਤੋਂ ਬਾਅਦ ਕਰਦੇ ਹੋ? ਲਾਉਣ ਤੋਂ ਕਿੰਨਾ ਚਿਰ ਬਾਅਦ? ਤਕਰੀਬਨ 1 ਮਾਹ ਬਾਅਦ। 1 ਮਾਹ ਬਾਅਦ ਕਰਦੇ ਹੋ? ਖੁਦ ਹੀ ਕਰ ਲੈਂਦੇ ਜਾਂ ਲੇਬਰ ਲਿਆਣੀ ਪੈਂਦੀ ਹੈ? ਲੇਬਰ ਵੀ ਲਿਆਉਣੀ ਪੈਂਦੀ ਹੈ, ਖੁਦ ਵੀ ਕਰੀ ਜੀ। ਲੇਬਰ ਲਾਈਏ ਤੇ ਕਿੱਲੇ ਦਾ ਖਰਚਾ ਕਿੰਨਾ ਲੈ ਲੈਂਦੀ ਹੈ ਲੇਬਰ? ਤਕਰੀਬਨ 6 ਤੋਂ 7000 ਰੁਪਏ। 6 ਤੋਂ 7000 ਇੱਕ ਗੋਡੀ ਦਾ? ਜੀ। ਤਿਆਰੀ ਤਾਂ ਕਿੰਨੀਆਂ ਗੋਡੀਆਂ ਕਰਵਾਉਣੀਆਂ ਇੱਕ ਪੈਂਦੀਆਂ? ਹੀ ਜੀ, ਬਸ ਇੱਕ ਹੀ ਕਰਵਾਉਣੀ ਪੈਂਦੀ। ਸਪਰੇਅ ਕਿਹੜੀ ਕਿਹੜੀ ਪਾਉਂਦੇ ਕਰਦੇ ਉਹਨੂੰ? ਸਪਰੇਅ ਨੂੰ ਆ ਗੰਦ ਵਾਸਤੇ ਸ਼ੁਰੂ ਚ ਕਰੀਦੀ ਹੈ ਬਸ। ਅੱਛਾ, ਕਿਹੜੀ ਸਪਰੇਅ ਜਮਾ ਤੋਂ ਪਹਿਲੋਂ ਕਿਹੜੀ ਕਰਦੇ ਹੋ ਤੇ ਕਿੰਨਾ? ਜਿਹੜੀ ਵੀ ਜ਼ਰਾਅਤ ਵਾਲੇ ਕਹਿ ਦੇਣ, ਦੁਕਾਨਦਾਰ ਕਹਿ ਦੇ ਗਿਆ ਅੱਛੀ ਆ, ਉਹ ਕਿੰਨਾ ਖਰਚਾ ਹੋ ਜਾਂਦਾ ਜੀ? ਤਕਰੀਬਨ ਉਹ ਵੀ ਕੋਈ 700 ਦੀ ਆ ਰਹੀ ਹੈ, ਕੋਈ 800 ਦੀ, ਕੋਈ 900 ਦੀ। ਸਹੀ। ਉਸ ਤੋਂ ਬਾਅਦ ਖਾਦ ਦੇ ਹਵਾਲੇ ਨਾਲ ਜਾਣਨਾ ਚਾਹਾਂਗਾ, ਖਾਦ ਕਿੰਨੀ ਵਾਰੀ ਪਾਉਂਦੇ? ਖਾਦ ਇੱਕ ਦਫਾ ਜੀ। ਇੱਕ ਦਫਾ ਪਾਉਂਦੇ? ਗੋਡੀ ਤੋਂ ਬਾਅਦ ਖਾਦ, ਫਿਰ ਪਾਣੀ। ਅੱਛਾ, ਤੇ ਖਾਦ ਦਾ ਖਰਚਾ ਕਿੰਨਾ ਕੁ ਹੋ ਜਾਂਦਾ ਹੈ? 1 ਏਕੜ ਨੂੰ 1 ਬੋਰੀ ਯੂਰੀਆ। 1 ਬੋਰੀ ਯੂਰੀਆ? ਹਾਂਜੀ। ਕੀ ਰੇਟ ਚੱਲ ਰਿਹਾ ਅੱਜ ਕੱਲ ਯੂਰੀਆ ਦਾ? ਤਕਰੀਬਨ 2100 ਰੁਪਏ ਦੀ 2000 ਦੀ ਮਿਲਦੀ ਹੈ। ਅੱਛਾ, ਇਹ ਖਰਚਾ ਹੋ ਗਿਆ ਸਾਡਾ ਜਿਹੜਾ ਤਿਆਰੀ ਤੱਕ, ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਖਰਚਾ ਹੈ ਵਿੱਚ? ਨਹੀਂ, ਹੋਰ ਕੋਈ ਨਹੀਂ। ਇਹੀ ਖਰਚੇ ਨੇ ਮੋਟੇ ਮੋਟੇ? ਹਾਂਜੀ। ਉਸ ਤੋਂ ਬਾਅਦ ਇਹ ਫਸਲ ਤੇ ਤਿਆਰ ਹੋ ਗਈ ਜੀ। ਇਹ ਜਦੋਂ ਪੁੱਟਣੀ ਹੈ ਤੇ ਇਹ ਪੁੱਟਣ ਦਾ ਕੀ ਤਰੀਕਾਕਾਰ ਹੁੰਦਾ ਹੈ? ਲੇਬਰ ਲਾਣੀ ਪੈਂਦੀ ਹੈ? ਲੇਬਰ ਜੀ, ਲੇਬਰ। ਲੇਬਰ ਹੀ ਲਾਉਂਦੀ? ਕਿੰਨੇ ਚਿਰ ਚ ਕਿੱਲਾ ਪੁੱਟ ਛੱਡਦੀ ਹੈ ਲੇਬਰ? ਇਹ ਤੇ ਤਕਰੀਬਨ 2 ਦਿਨ ਚ ਪੁੱਟ ਦਿੰਦੇ। ਕਿੰਨੇ ਬੰਦੇ ਲੱਗੇ ਹੋਣ ਤੇ? ਕੋਈ 15-16 ਬੀਬੀਆਂ ਬੰਦੇ ਮਿਕਸ। ਅੱਛਾ, ਬੀਬੀ ਦੀ ਦਿਹਾੜੀ ਘੱਟ ਹੁੰਦੀ, ਬੰਦੇ ਜ਼ਿਆਦਾ ਹੁੰਦੇ ਆ ਜੀ? ਬੀਬੀ ਦੀ ਦਿਹਾੜੀ ਕਿੰਨੀ ਚੱਲਦੀ ਹੈ ਭਲਾ? ਬੀਬੀ ਦੀ ਦਿਹਾੜੀ ਦਿੰਦੇ ਨੇ ਜੀ 300 ਰੁਪਇਆ।
ਤੇ ਤੇ ਬੰਦੇ ਦੀ ਦਿੰਦੇ ਨੇ 600 ਰੁਪਏ। ਸਹੀ। ਤੇ ਇਹ 2 ਦਿਨਾਂ ਚ ਯਾਨੀ ਨਾ ਪੱਟ ਛੱਡਣਾ ਹੈ। 2 ਦਿਨਾਂ ਚ। ਅੱਛਾ ਇਹ ਦੱਸਿਓ ਕਿੱਲੇ ਚ ਐਵਰੇਜ ਤਕਰੀਬਨ ਕਿੰਨੇ ਮਣ ਗਾਜਰ ਨਿਕਲ ਜਾਂਦੀ ਆ? ਇਹ ਤਕਰੀਬਨ 200 ਮਣ ਨਿਕਲ ਜਾਂਦੀ ਹੈ। 200 ਮਣ ਨਿਕਲ ਜਾਂਦੀ। ਹਾਂਜੀ। ਤੇ ਮੰਡੀ ਚ ਕੀ ਰੇਟ ਰਹਿੰਦਾ ਵਾਲਾ ਗਾਜਰ ਦਾ? ਇਹ ਤੋੜੇ ਦਾ ਹਿਸਾਬ ਹੁੰਦਾ ਜੀ, ਕਦੀ ਰੇਟ ਥੱਲੇ ਆ ਗਿਆ, ਕਦੀ ਉੱਤੇ ਆ ਗਿਆ। ਸਟਾਰਟ 'ਚ ਜਦੋਂ ਅਗੇਤਰੀ ਗਾਜਰ ਆਉਂਦੀ ਹੈ ਉਹ ਕੋਈ 1200-1300 ਦਾ ਤੋੜਾ ਵਿਕਦਾ। ਅੱਛਾ। ਉਸ ਤੋਂ ਬਾਅਦ 600 ਦਾ, 700 ਦਾ, 800 ਦਾ। ਤੋੜੇ ਦਾ ਵਜ਼ਨ ਕਿੰਨਾ ਹੁੰਦਾ ਵਾਲਾ? ਤਕਰੀਬਨ 45-50 ਕਿਲੋ। ਸਹੀ। ਤੇ ਕੀ ਰੇਟ ਦੱਸਿਆ ਜੇ ਕਿੱਥੋਂ ਲਾ ਕੇ ਕਿੱਥੋਂ ਤੱਕ ਰਹਿੰਦੀ ਹੈ? 600 ਤੋਂ 1200 ਤੱਕ। ਸਹੀ। ਸਪੋਜ਼ ਕਰੋ ਕਿ ਅਗਰ 600 ਦੇ ਹਿਸਾਬ ਨਾਲ ਹੀ ਵਿਕਦਾ ਪਿਆ ਜੀ, ਤੇ ਕਿੱਲੇ 'ਚ ਕਿੰਨੇ ਕੁ ਦਾ ਆਮਦਨ ਆ ਜਾਣੀ ਤਕਰੀਬਨ? ਤਕਰੀਬਨ 150 ਤੋੜਾ ਤੁਸੀਂ ਲਾ ਲਓ ਕਿੱਲੇ ਦਾ। ਅੱਛਾ। ਤਕਰੀਬਨ 60,000 ਰੁਪਇਆ ਕਿੱਲਾ ਜਿਹੜਾ ਉਹ ਪ੍ਰਾਫਿਟ ਦੇ ਦਿੰਦਾ। ਬਚਤ ਖਰਚੇ ਸਾਰੇ ਕੱਢ ਸਾਰੇ ਕੇ। ਖਰਚੇ ਕੱਢ ਇਹ ਤੇ ਹੈ ਘੱਟ ਤੋਂ ਘੱਟ ਤੇ ਜ਼ਿਆਦਾ ਤੋਂ ਜ਼ਿਆਦਾ ਕਿੱਥੋਂ ਤੱਕ ਜਾ ਜ਼ਿਆਦਾ ਸਕਦੇ? ਤੋਂ ਜ਼ਿਆਦਾ ਲੱਖ ਤੋਂ ਉੱਤੇ ਵੀ ਬਚਤ ਆ ਜਾਂਦੀ ਹੈ। ਸਹੀ। ਰੇਟ ਠੀਕ ਰਹੇ ਤੇ ਕੀ ਮਸ਼ਵਰਾ ਦਿੰਦੇ ਹੋ ਫਾਰਮਰਾਂ ਨੂੰ? ਇਹ ਫਾਰਮਿੰਗ ਕਰਨੀ ਚਾਹੀਦੀ ਹੈ ਜਾਂ ਕਿ? ਜੀ ਜੀ ਬਿਲਕੁਲ ਕਰਨੀ ਚਾਹੀਦੀ ਹੈ, ਜ਼ਰੂਰੀ ਹੈ। ਅੱਛਾ ਇਹ ਦੱਸਿਓ ਇਹ ਸੇਲ ਕਿੱਥੇ ਕਰਦੇ ਹੋ ਤੁਸੀਂ? ਸਾਡੇ ਦੇ ਨਜ਼ਦੀਕ ਹੀ ਮੰਡੀਆਂ ਨੇ ਹੁਣ। ਅੱਛਾ। ਇੱਥੇ ਕੋਟਵਾਲ ਸਟਾਪ ਤੇ ਸਹੀ ਕੱਚੀ ਕੋਠੀ ਵੀ ਹੈ। ਸਹੀ ਸਹੀ। ਗੁਜਰਾਂ ਵਾਲੇ ਵੀ ਲੈ ਜਾ ਸਕਦੇ ਹੋ, ਲਾਹੌਰ ਵੀ ਲੈ ਜਾ ਸਕਦੇ ਹੋ, ਫੈਸਲਾਬਾਦ ਵੀ ਲੈ ਜਾ ਸਕਦੇ ਹੋ। ਅੱਛਾ ਇਹ ਦੱਸਿਓ ਇਹਨੂੰ ਕੋਈ ਬਿਮਾਰੀਆਂ ਵੀ ਲੱਗ ਸਕਦੀਆਂ ਨੇ? ਹਾਂਜੀ, ਬਿਮਾਰੀ ਕਦੀ ਹੋ ਜਾਂਦੀ ਹੈ ਜਿਹੜੀ ਬਹੁਤੀ ਅਗੇਤਰੀ ਹੁੰਦੀ ਹੈ ਨਾ, ਤੇ ਉਹਦੇ ਛੇਜੇ ਨੂੰ ਕੋਈ ਥੋੜਾ ਜਿਹਾ ਮਸਲਾ ਪੈਦਾ ਹੋ ਜਾਂਦਾ ਹੈ। ਉਹਦੇ ਫਿਰ ਕੋਈ ਦਵਾਈ ਇਸਤੇਮਾਲ ਕਰੀਏ ਤੇ ਫਿਰ ਠੀਕ ਵੀ ਹੋ ਜਾਂਦਾ ਹੈ। ਤੇ ਨਹੀਂ ਵੀ ਹੋ ਜਾਂਦਾ ਅਗਰ ਜ਼ਿਆਦਾ ਸੰਘਣੀਆਂ ਹੋਣ ਤੇ ਫਿਰ ਗਲ ਜਾਂਦੀਆਂ। ਅੱਛਾ ਇਹ ਦੱਸੋ ਕਿ ਇਹਦੇ ਵਿੱਚ ਪ੍ਰੋਫਿਟ ਹੀ ਹੁੰਦਾ ਜਾਂ ਕਦੇ ਨੁਕਸਾਨ ਵੀ ਹੋ ਜਾਂਦਾ ਹੋ ਹੈ? ਜਾਂਦਾ ਜੀ ਨੁਕਸਾਨ ਵੀ। ਉਹ ਕਿਉਂ ਹੁੰਦਾ ਨੁਕਸਾਨ? ਰੇਟ ਨਹੀਂ ਲੱਗਦਾ। ਅੱਛਾ 300-350 ਦਾ ਰੇਟ ਲੱਗੇ ਤੇ ਫਿਰ ਨੁਕਸਾਨ ਹੀ ਹੈ। ਅੱਛਾ ਪਾਕਿਸਤਾਨ ਦੇ ਕਿਹੜੇ ਇਲਾਕਿਆਂ ਵਿੱਚ ਇਹ ਗਾਜਰ ਕਾਸ਼ਤ ਕੀਤੀ ਜਾ ਸਕਦੀ ਹੈ? ਇਹ ਜਿਹੜੀ ਮਹਿਰਾ ਜ਼ਮੀਨ ਹੈ ਨਾ ਜੀ, ਇਹਦੇ ਤੇ ਜ਼ਿਆਦਾ ਇਹ ਕਾਸ਼ਤ ਹੁੰਦੀ ਹੈ। किस मौसम में? सितंबर में बता रहे हैं? सितंबर। किस्म। अच्छा अच्छा इसकी अकसाम बताइएगा कि कौन कौन सी अकसाम होती हैं? ਇਹਦੀਆਂ ਤੇ ਕਈ ਨੇ, ਹੁਣ ਸਾਨੂੰ ਤਾਂ ਪਤਾ ਨਹੀਂ ਕਿਹੜੇ ਕਿਹੜੇ ਨਾਂ ਨੇ। ਜਿਹੜਾ ਚੰਗਾ ਲੱਗਾ ਉਹ ਬੀਜਦੇ ਆ। ਅੱਛਾ ਤੁਸੀਂ ਜਿਹੜਾ ਚੰਗਾ ਲੱਗੇ ਉਹ ਲਾ ਲੈਂਦੇ ਹੋ? ਕੋਈ ਹਾਂਜੀ। ਨਾਂ ਦਾ ਕੋਈ ਨਹੀਂ? ਅਸੀਂ ਆਹ ਹੀ ਬੜੇ ਅਰਸੇ ਤੋਂ ਲਾ ਰਹੇ ਆ ਜੀ। ਮਹਾਰਾਣੀ ਨਾਂ ਹੈ ਇਹਦਾ ਬੀਜ ਦਾ। ਅੱਛਾ। ਮਹਾਰਾਣੀ ਇਹ ਬੀਜਨੇ ਆ ਅਸੀਂ। ਸਾਨੂੰ ਇਹ ਹੀ ਚੰਗਾ ਲੱਗਦਾ ਇਹ ਬੀਜ ਲਈਦੇ। ਵੈਸੇ ਇਸ ਤੋਂ ਅੱਛੇ ਵੀ ਬੀਜ ਹੈ, ਮਾੜੇ ਵੀ ਹੈ। ਹੋਰ ਵੀ ਕਈ ਤਰ੍ਹਾਂ ਦੀ ਫਾਰਮਿੰਗ ਹੈ ਤੇ ਗਾਜਰ ਫਾਰਮਿੰਗ ਤੁਹਾਡਾ ਕੀ ਖਿਆਲ ਹੈ? ਮੁਨਾਫਾ ਬਖਸ਼ ਹੈ, ਕਰਨੀ ਚਾਹੀਦੀ ਹੈ ਜਾਂ ਇਹਦੇ ਇਲਾਵਾ ਕੋਈ ਹੋਰ ਕਰ ਲੈਣੀ ਚਾਹੀਦੀ ਹੈ? ਨਹੀਂ ਨਹੀਂ, ਬਹੁਤ ਅੱਛੀ ਫਸਲ ਹੈ ਜੀ। 3-4 ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ। 3.5 ਮਹੀਨੇ 4 ਚ ਅੱਛੀ ਹੈ। ਅੱਛਾ ਚਾਚੂ ਜੀ ਅਗਰ ਕੋਈ ਬੀ ਹਾਸਲ ਕਰਨਾ ਚਾਹੁੰਦਾ, ਜਿਵੇਂ ਕਿ ਤੁਸੀਂ ਦੱਸਿਆ ਕਿ ਬੀ ਵੀ ਤਿਆਰ ਕਰਦੇ ਹੋ, ਜੀ ਜੀ। ਤੇ ਤੁਹਾਡੇ ਕੋਲੋਂ ਵੀ ਹਾਸਲ ਕੀਤਾ ਜਾ ਸਕਦਾ ਹੈ? ਹਾਂਜੀ ਹੋ ਸਕਦਾ ਹੈ ਜੀ। ਕੀ ਰੇਟ ਦਿਓਗੇ? ਜੋ ਮਾਰਕੀਟ ਦਾ ਰੇਟ ਹੋਏਗਾ। ਜਿਵੇਂ 900 ਵਾਧਾ ਦੱਸਿਆ, ਘਟਦਾ ਰਹਿੰਦਾ। ਕਦੀ ਅੱਛਾ। 100 ਵੱਧ ਗਿਆ, 200 ਘਟ ਗਿਆ। ਤੁਸੀਂ 900 ਰੇਟ ਦੱਸਿਆ ਤੇ ਤੂੰ ਮੁਕਰੋਗੇ ਤਾਂ ਨਹੀਂ? ਮਤੇ ਰੇਟ ਬਾਅਦ ਚ ਨਹੀਂ, ਕਰਨਾ ਤੇ ਨਹੀਂ। ਬਹੁਤੀਆਂ ਦੇਣ ਲੱਗ ਪਏ ਰੇਟ। ਨਹੀਂ 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 ਮੁਕਰਾਂਗੇ। ਜ਼ਿਆਦਾ ਤੋਂ ਜ਼ਿਆਦਾ ਕਿੱਥੋਂ ਤੱਕ ਰੇਟ ਗਿਆ ਵਾਲਾ ਬੀ ਦਾ? ਜਿਹੜਾ ਪੈਕਿੰਗ 'ਚ ਆਉਂਦਾ ਨਾ ਜੀ, ਮਸ਼ੀਨਾਂ ਦੀ ਪੈਕਿੰਗ 'ਚ ਪੈਕ ਹੁੰਦੇ ਨੇ, ਉਹ ਅੱਧਾ ਕਿਲੋ ਦਾ ਪੈਕਟ ਹੁੰਦਾ। ਸਹੀ ਸਹੀ। ਉਹ ਤਕਰੀਬਨ 1600 ਤੱਕ ਕਿਲੋ ਮਿਲਦਾ। ਉਹ 1600 ਤੱਕ ਮਿਲਦਾ ਲੇਕਿਨ ਤੁਹਾਡੇ ਕੋਲੋਂ 900 ਤੱਕ ਮਿਲੇਗਾ। ਹਾਂਜੀ। ਅੱਛਾ ਚਾਚਾ ਦੱਸੋ ਜਿਹੜਾ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਉਹਨੂੰ ਕੀ ਮਸ਼ਵਰਾ ਦੇਣਾ ਚਾਹੋਗੇ? ਉਹਨੂੰ ਮਸ਼ਵਰਾ ਉਹ ਪੁੱਛੇਗਾ, ਉਹਨੂੰ ਦੱਸ ਦਾਂਗੇ ਵੀ ਇਸ ਤਰ੍ਹਾਂ ਕਰਕੇ ਮਤਲਬ ਮੈਂ ਕਰਨਾ ਚਾਹਨਾ ਵਾਂ, ਮੈਨੂੰ ਇਸ ਫਸਲ ਦਾ ਨਹੀਂ ਪਤਾ, ਹਾਂਜੀ ਕਿਸ ਤਰ੍ਹਾਂ ਲਾਣੀ ਚਾਹੀਦੀ ਹੈ, ਕਿੱਥੋਂ ਬੀਜ ਲੈਣਾ ਚਾਹੀਦਾ ਹੈ ਔਰ ਕਿੰਨੀ ਲਗਾਉਣੀ ਚਾਹੀਦੀ ਹੈ? ਪਹਿਲੇ ਇੱਕ ਬੰਦੇ ਨੂੰ ਨਹੀਂ ਇਸ ਚੀਜ਼ ਦਾ ਇਲਮ, ਉਹ ਸਭ ਤੋਂ ਪਹਿਲੇ ਕਿੱਥੋਂ ਸ਼ੁਰੂ ਕਰੇ ਕਾਰੋਬਾਰ? ਉਹ 1-2 ਏਕੜ ਲਾ ਕੇ ਵੇਖ ਲੈ, ਚੈੱਕ ਕਰ ਲੈ। ਸਹੀ ਹੈ। ਮਾਰਕੀਟ ਜਿਹੜੀ ਹੈ ਲੋਕਲ ਜਿਹੜੇ ਦੁਕਾਨਾਂ ਤੇ ਵੇਚਣਾ ਚਾਹੀਦਾ ਇਹਨਾਂ ਨੂੰ ਜਾਂ ਮੰਡੀਆਂ ਜਾ ਕੇ ਵੇਚਣਾ ਨਹੀਂ, ਚਾਹੀਦਾ? ਮੰਡੀਆਂ 'ਚ ਇਹ ਜ਼ਿਆਦਾ ਵਿਕਦੇ ਨੇ, ਲੋਕਲ ਨਹੀਂ ਵੇਚ ਸਕਦੇ। 100 ਤੋੜਾ ਪੁੱਟਦੀ ਹੈ ਲੇਬਰ, 50 60 ਉਹ ਕਿੱਥੇ ਬੰਦਾ ਲੈ? ਮੰਡੀਆਂ ਦੇ ਵਿੱਚ ਤੁਸੀਂ ਭੇਜਦੇ ਹੋ, ਉਹ ਆਪ ਹੀ ਛੱਡਣ ਜਾਂਦੇ ਜਾਂ ਉਹ ਆ ਕੇ ਲੈ ਕੇ ਜਾਂਦੇ ਨੇ? ਨਹੀਂ, ਉਹ ਜਿਹੜੀ ਲੇਬਰ ਪਟਾਈ ਕਰਦੀ ਹੈ ਨਾ ਜੀ ਇਹਦੀ, ਉਹ ਹੀ ਇਹਨੂੰ ਮੰਡੀ 'ਚ ਲੈ ਕੇ ਜਾਣਾ ਉਹਨੇ। ਸਹੀ ਹੈ। ਉੱਥੇ ਜਾ ਕੇ ਇਹਨੂੰ ਧੁਆਈ ਕਰਨੀ ਹੈ ਇਹਦੀ ਟੋਕਰੇ 'ਚ, ਧੁਆਈ ਕਰਕੇ ਤੋੜੇ ਪੈਕ ਕਰ ਦੇਣੇ। ਸੌਦਾ ਨਗਦ ਹੈ ਜਾਂ ਉਧਾਰ ਵੀ ਚੱਲਦਾ ਇਹਦੇ 'ਚ? ਅਗਲੇ ਦਿਨ ਪੇਮੈਂਟ ਹੋ ਜਾਂਦੀ ਹੈ ਦੂਸਰੇ ਦਿਨ। ਪੇਮੈਂਟ ਦਾ ਕੋਈ ਟੈਨਸ਼ਨ ਤਾਂ ਨਹੀਂ ਹੈ? ਨਹੀਂ ਨਹੀਂ, ਕੋਈ ਨਹੀਂ। ਸਹੀ ਹੈ। ਅੱਛਾ ਕੋਈ ਆਖਰੀ ਇਹੋ ਜੀ ਗੱਲ ਦੱਸਿਓ ਜਿਹੜੀ ਤੁਹਾਨੂੰ ਨਹੀਂ ਪੁੱਛ ਸਕੇ ਗਾਜਰ ਫਾਰਮਿੰਗ ਦੇ ਹਵਾਲੇ ਨਾਲ, ਬੜੀ ਅਹਿਮ ਗੱਲ ਹੈ, ਉਹ ਦੱਸਿਓ। ਅਹਿਮ ਕਿਹੜੀ? ਅਹਿਮ ਠੀਕ ਹੈ, ਫਸਲ ਠੀਕ ਹੈ, ਇਹ ਲੋਕੀ ਬੀਜਣ।
ਕਾਰੋਬਾਰ ਅੱਛਾ ਕਰਨਾ ਜੀ ਚਾਚੂ ਜੀ ਬਹੁਤ ਸ਼ੁਕਰੀਆ ਬਹੁਤ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਬੜੀ ਮਿਹਰਬਾਨੀ ਤੁਹਾਡੀ ਜਜ਼ਾਕੱਲਾ ਅਸਲਾਮ ਅਲੈਕੁਮ